ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 32ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। और सब तो पहला उच्चारण वाल ध्यान दीजिए। एक दू जी भो लख होहे, लख हो वह लख बीस, लख लख गेड़ा आखिए है, एक नाम जगदीश। एत राह पत पवड़ियां चढ़िया हुए 21, सुन गल्ला आकाश की, कीटा आई रीस। नानक नदरी पाई है, कूड़ी कूड़े ठीस। एक दू जीवो। इस तुक ਨੂੰ ਸਮਝਣ ਤੋਂ ਪਹਿਲਾਂ ਥੋੜਾ ਜਿਹਾ ਸਾਨੂੰ ਸਮਝਣਾ ਪਏਗਾ ਜੋ ਇਹ ਕਨਸੈਪਟ ਹੈ ਕਿ ਸ਼ੁਰੂਆਤ ਕਿੱਥੋਂ ਹੋ ਰਹੀ ਹੈ। ਅਗਰ ਅਸੀਂ ਕਹੀਏ ਕਿ ਕਿਵ ਸੱਚਿਆਰਾ ਹੋਈ ਹੈ, ਮਨ ਵਿੱਚ ਆਪਣੇ ਨਾਲ ਹੀ ਗੱਲ ਕਰਦੇ ਹਾਂ ਕਿ ਸੱਚਿਆਰ ਬਣਨ ਦਾ ਸਭ ਤੋਂ ਪਹਿਲਾ ਜਿਹੜਾ ਕਦਮ ਉਹ ਕੀ ਹੈ। ਸਭ ਤੋਂ ਪਹਿਲਾ ਕਦਮ ਅਗਰ ਆਪਣੇ ਆਪ ਨਾਲ ਅਸੀਂ ਗੱਲ ਕਰੀਏ ਤੇ ਮਨ ਵਿੱਚ ਕੀ ਜਵਾਬ ਆਉਂਦਾ ਹੈ, ਹਲਕਾ ਜਿਹਾ ਸੋਚ ਕੇ ਵੇਖੀਏ ਤੇ ਸਭ ਤੋਂ ਪਹਿਲਾ ਜਵਾਬ ਆਉਂਦਾ ਹੈ ਸਾਨੂੰ ਨਾਮ ਜਪਣਾ ਪਏਗਾ। ਸਭ ਤੋਂ ਪਹਿਲੀ ਗੱਲ ਸਮਝ ਹੀ ਆਉਂਦੀ, ਨਾਮ ਜਪਣਾ ਪਏਗਾ। ਸਭ ਤੋਂ ਪਹਿਲੀ ਗੱਲ, ਸਭ ਤੋਂ ਪਹਿਲਾ ਜਵਾਬ ਸਾਨੂੰ ਆਪਣੇ ਅੰਦਰੋਂ ਹੀ ਮਿਲੇਗਾ। ਅਗਰ ਅਸੀਂ ਸੱਚ ਵਿੱਚ ਉਸ ਮਾਰਗ ਤੇ ਤੁਰੇ ਹਾਂ ਤੇ ਅਗਰ ਉਸ ਮਾਰਗ ਨੂੰ ਸਮਝ ਰਹੇ ਹਾਂ, ਜਿਹਨੂੰ ਮੱਥਾ ਟੇਕ ਰਹੇ ਹਾਂ, ਉਹਦੀ ਗੱਲ ਅਗਰ ਪਹਿਲਾ ਸਟੈਪ ਕਵਾਂ ਅਗਰ ਉਹ ਸਮਝ ਆਏ ਤੇ ਉਹ ਕੀ ਹੈ, ਉਹ ਪਹਿਲਾ ਸਟੈਪ ਹੀ ਸਮਝ ਆਉਂਦਾ ਨਾਮ ਜਪ। ਤੇ ਜੋ ਅਸੀਂ ਬਾਣੀ ਵਿਚਾਰ ਰਹੇ ਹਾਂ ਉਹਦਾ ਨਾਮ ਕੀ ਹੈ ਜੀ? ਉਹਦਾ ਨਾਮ ਹੀ ਹੈ ਜਪ। ਜਪ ਨਾਮ ਹੈ ਜੀ, ਰਿਸਪੈਕਟ ਲਈ ਲਗਾਇਆ ਜਾਂਦਾ ਹੈ, ਇਸ ਲਈ ਜਪ ਜੀ ਸਾਹਿਬ। ਜਿਵੇਂ ਅਸੀਂ ਸਤਿਕਾਰ ਨਾਲ ਰੁਮਾਲਾ ਸਾਹਿਬ ਕਹਿੰਦੇ ਹਾਂ, ਨਿਸ਼ਾਨ ਸਾਹਿਬ ਕਹਿੰਦੇ ਹਾਂ, ਗੁਰੂ ਸਾਹਿਬ ਕਹਿੰਦੇ ਹਾਂ, ਇਸੇ ਤਰੀਕੇ ਨਾਲ ਜੋ ਬਾਣੀ ਦੇ ਸਤਿਕਾਰ ਵਜੋਂ, ਕਿਉਂਕਿ ਬਾਣੀ ਜਿਹੜੀ ਹੈ ਉਹ ਆਪ ਹੀ ਸਾਹਿਬ ਹੈ ਨਾ, ਬਾਣੀ ਗੁਰੂ ਹੈ, ਤੇ ਉਹਦੇ ਸਤਿਕਾਰ ਵਜੋਂ ਅਸੀਂ ਨਾਲ ਸਾਹਿਬ ਤੇ ਲਗਾਉਂਦੇ ਹਾਂ ਤੇ ਜਪ ਜੀ ਸਾਹਿਬ। ਪਰ ਬਾਣੀ ਦਾ ਨਾਮ ਜਪ ਹੈ ਤੇ ਜਦ ਨਾਮ ਹੀ ਜਪ ਹੈ, ਯਾਨੀ ਕਿ ਜਪਨ ਤੋਂ ਹੀ ਗੱਲ ਜਿਹੜੀ ਹੈ ਉਹ ਸਟਾਰਟ ਹੁੰਦੀ ਹੈ। ਇੱਕ ਓਂਕਾਰ। ਤੇ ਹੁਣ ਇੱਥੇ ਗੱਲ ਇਹ ਹੋ ਰਹੀ ਹੈ ਕਿ ਜੋ ਇੱਕ ਟੌਪਿਕ ਜੋ ਸਮਝਣਾ ਪਏਗਾ ਕਿ ਜੋ ਬਾਣੀ ਸਾਨੂੰ ਲੈ ਕੇ ਕਿੱਥੇ ਆਉਣਾ ਚਾਹੁੰਦੀ, ਉਹ ਲੈ ਕੇ ਇਹੀ ਆਉਣਾ ਚਾਹੁੰਦੀ ਹੈ ਕਿ ਤੇਰੀ ਜਿਹੜੀ ਰਸਨਾ ਹੈ ਨਾ, ਤੇਰੀ ਸ਼ੁਰੂਆਤ ਤੇ ਉੱਥੋਂ ਹੋਵੇ ਤੇ ਨਾਮ ਜਪਣਾ ਤੋਂ ਸ਼ੁਰੂ ਕਰੇ ਪਰ ਉੱਥੇ ਰੁਕੇ ਨਾ। ਤੈਨੂੰ ਗੁਰੂ ਸਾਹਿਬ ਕਿਰਪਾ ਕਰੇ, ਜਿੰਨੇ ਰੋਮ ਬਖਸ਼ੇ ਆ ਗੁਰਮੁਖ, ਰੋਮ ਰੋਮ ਹਰ ਧਿਆਨ। ਗੁਰਮੁਖ ਹਰ ਇੱਕ ਰੋਮ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਦੇ ਆ। ਗੁਰਮੁਖ, ਜਿਹਦਾ ਮੁਖ ਜਿਹੜਾ ਹੈ ਉਹ ਗੁਰੂ ਵੱਲ ਹੋ ਜਾਏ। ਲੱਖ ਜੇਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ। ਰਸਨਾ ਜਪਤੀ ਤੂੰ ਹੀ ਤੂੰ। ਬਥੇਰੇ ਪ੍ਰਮਾਣ ਹੁੰਦੇ ਆ, ਪਰ ਅਜਿਹੇ ਵੀ ਪ੍ਰਮਾਣ ਹੁੰਦੇ ਆ ਜੋ ਸਾਨੂੰ ਪਖੰਡ ਤੋਂ ਵਰਜਿਤ ਕਰਨ ਵਾਸਤੇ ਗੁਰੂ ਸਾਹਿਬ ਨੇ ਰੱਖੇ ਕਿ ਪਖੰਡ ਨਹੀਂ ਹੋਣਾ ਚਾਹੀਦਾ। ਜੇ ਨਾਮ ਜਪ ਰਿਹਾ, ਤੇਰਾ ਮਨੋਰਥ ਜਿਹੜਾ ਹੈ ਨਾ ਸੱਚ ਵਿੱਚ ਜਪਣ ਦਾ ਹੀ ਹੋਏ, ਪਖੰਡ ਕਰਨ ਦਾ ਨਾ ਹੋਏ, ਦਿਖਾਵਾ ਨਾ ਹੋਏ। ਤੇ ਸ਼ੁਰੂਆਤ ਜਿਹੜੀ ਹੈ ਉਹ ਸਾਨੂੰ ਬਖਸ਼ੀ ਕਿ ਰਸਨਾ ਦੇ ਨਾਲ ਉਚਾਰਨਾ ਪਏਗਾ। ਅਸੀਂ ਪਹਿਲੇ ਵੀ ਵਿਚਾਰ ਕੀਤੀ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਇਸ ਤੋਂ ਅਸੀਂ ਵਿਚਾਰ ਚੁੱਕੇ ਹਾਂ, ਯਾਨੀ ਕਿ ਬਾਬਰ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਇੱਕ ਇਸ਼ਾਰਾ ਸਾਨੂੰ ਦਿੱਤਾ ਤੇ ਹੁਣ ਉਸੇ ਚੀਜ਼ ਨੂੰ ਅੱਗੇ ਲੈ ਜਾਂਦੇ ਹੋਏ ਦੱਸਣਾ ਚਾਹੁੰਦੇ ਹੁਣ ਅੱਗੇ ਕੀ ਹੁੰਦਾ ਹੈ। ਜਦ ਨਾਮ ਜਪਣਾ ਬੰਦਾ ਸ਼ੁਰੂ ਕਰਦਾ ਹੈ ਤੇ ਕੀ ਉਹਦੇ ਕੋਲ ਹਾਸਿਲ, ਉਹਨੂੰ ਕੀ ਪ੍ਰਾਪਤ ਹੁੰਦਾ ਹੈ ਤੇ ਕਿਹੜੀ ਅਵਸਥਾ ਜਿਹੜੀ ਹੈ ਉਹ ਅੱਗੇ ਪ੍ਰਾਪਤ ਹੁੰਦੀ ਹੈ। ਇੱਕ ਦੋ ਜੀਵ, ਇੱਕ ਤੋਂ ਦੋ ਜੀਭਾਂ ਹੋ ਜਾਂਦੀ, ਇੱਕ ਦੋ ਜੀਵ ਭਾਵ ਹੁਣ ਇਹਦੇ ਭਾਵ ਅਰਥ ਸਮਝਣਾ। ਹੁਣ ਬੰਦਾ ਕਹੇਗਾ ਯਾਰ ਦੋ ਜੀਭਾਂ ਕਿਹੜੀਆਂ ਹੋ ਜਾਂਦੀਆਂ? ਦੋ ਨੂੰ ਛੱਡੋ, ਗੁਰੂ ਸਾਹਿਬ ਕਹਿੰਦੇ ਲੱਖ ਹੋਏ, ਲੱਖ ਹੋ ਜਾਣ, ਲੱਖ ਹੋਵੇ ਲੱਖ 20, ਜਿਹੜੀਆਂ ਲੱਖਾਂ ਜੀਭਾਂ ਹੋ ਗਈਆਂ ਨੇ
ਉਹ ਜਿਹੜੀਆਂ ਨੇ 20 ਲੱਖ ਹੋ ਜਾਣ। ਲੱਖ 20 ਭਾਵ 20 ਲੱਖ 20 ਲੱਖ ਜੀਬਾਂ ਜਿਹੜੀਆਂ ਨੇ ਉਹ ਬਣ ਜਾਣ। ਯਾਨੀ ਕਿ ਹੁਣ ਇਹ 20 ਲੱਖ ਜੀਬਾਂ ਕਿੱਥੇ ਲੱਗਣਗੀਆਂ? ਮੂੰਹ ਤੇ ਲੱਗਣਗੀਆਂ। ਅਗਰ ਇਹਦਾ ਸਿਰਫ ਸ਼ਬਦ ਦਾ ਅਰਥ ਲਵਾਂਗੇ ਤੇ ਅਸੀਂ ਫਸ ਜਾਵਾਂਗੇ ਕਿ ਕਿਹੜੀ ਜੀਬਾਂ ਦੀ ਗੱਲ ਕਰ ਰਹੇ ਹਾਂ। ਤੇ ਅਗਰ ਥੋੜਾ ਜਿਹਾ ਭਾਵ ਅਰਥ ਨੂੰ ਸਮਝਾਂਗੇ, ਭਾਵ ਸਾਡਾ ਜਿਹੜਾ ਰੋਮ ਹੈ ਉਹ ਹਰ ਇੱਕ ਰੋਮ ਜਿਹੜਾ ਹੈ ਉਹ ਜੀਵ ਹੀ ਬਣ ਜਾਏ। ਹਰ ਇੱਕ ਰੋਮ ਤੋਂ ਆਵਾਜ਼ ਆਏ ਵਾਹਿਗੁਰੂ 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 ਵਾਹਿਗੁਰੂ। ਇਹ ਅਵਸਥਾਵਾਂ ਨੇ, ਇਹ ਕਮਾਣੀਆਂ ਪੈਂਦੀਆਂ। ਤੇ ਅਗਰ ਅਜਿਹੀ ਅਵਸਥਾ ਜਿਹੜੀ ਹੈ ਉਹ ਹਾਸਲ ਹੋ ਜਾਏ ਤੇ ਉਹ ਸਾਰੀਆਂ ਜੀਬਾਂ ਦੇ ਨਾਲ, ਉਹ ਰੋਮ ਦੇ ਨਾਲ ਲੱਖ ਲੱਖ ਗੇੜਾ ਆਖੀ ਹੈ। ਲੱਖ ਲੱਖ ਭਾਵ ਹੁਣ ਏਦਾਂ ਵੀ ਭਾਵ ਅਰਥ ਹੈ ਜਿਵੇਂ ਬੇਅੰਤ ਵਾਰੀ, ਗੇੜਾ ਭਾਵ ਵਾਰੀ, ਗਿਣਤੀ। ਬਈ ਜਿਵੇਂ ਕਹਿੰਦੇ ਨਾ ਕਿ ਉਹ ਗੇੜਾ ਲਾਇਆ, ਪੰਜਾਬ ਸਾਈਡ ਨੂੰ ਇਹ ਵਰਡ ਜ਼ਿਆਦਾ ਯੂਜ਼ ਹੁੰਦਾ ਗੇੜਾ, ਕਿ ਬਈ ਚੱਕਰ ਲਾਇਆ। ਤੇ ਬਾਰ-ਬਾਰ ਲੱਖ ਲੱਖ ਗੇੜਾ ਆਖੀਏ, ਅਸੀਂ ਬਾਰ-ਬਾਰ ਆਖੀਏ ਭਾਵ ਉਚਾਰੀਏ, ਜਪੀਏ। ਕੀ ਜਪੀਏ? ਏਕ ਨਾਮ ਜਗਦੀਸ਼। ਉਸ ਜਗਦੀਸ਼ ਭਾਵ ਜਿਹੜਾ ਜਗਤ ਦਾ ਜਿਹੜਾ ਈਸ ਹੈ ਭਾਵ ਈਸ਼ਵਰ ਹੈ, ਯਾਨੀ ਕਿ ਉਹ ਵਾਹਿਗੁਰੂ ਅੱਲਾਹ ਰਾਮ, ਉਸ ਪਰਮਾਤਮਾ ਦਾ ਜਿਹੜਾ ਨਾਮ ਜਪੀਏ। ਏਕ ਨਾਮ ਜਗਦੀਸ਼, ਇੱਕੋ ਨਾਮ ਜਪੀਏ। ਅੱਗੇ ਬੜੇ ਪਿਆਰੇ ਬਚਨ, ਏਤ ਰਾਹੀ ਪਤ ਪਵੜੀਆਂ ਚੜੀਐ ਹੋਏ 21। ਏਤ ਰਾਹੀ ਭਾਵ ਇਸ ਰਾਹ ਦੀਆਂ ਪਤ ਪਵੜੀਆਂ ਭਾਵ ਪਤ। ਇੱਥੇ ਜੋ ਇਹਦਾ ਪਤੀ ਦਾ ਜਿਹੜਾ ਹੈ ਮੀਨਿੰਗ ਲਿੱਤਾ ਗਿਆ ਹੈ, ਪਤ ਤੋਂ, ਪਤ ਦਾ ਜਿਹੜਾ ਭਾਵ ਅਰਥ ਲਿੱਤਾ ਗਿਆ ਹੈ ਉਹ ਪਤੀ ਲਿੱਤਾ ਗਿਆ ਹੈ ਕਿ ਪਤੀ ਨੂੰ ਮਿਲਣ ਦੀਆਂ, ਉਸ ਪਰਮਾਤਮਾ ਦੇ ਮਿਲਾਪ ਦੀਆਂ ਇਹ ਤਰ੍ਹਾਂ ਇਹ ਜੋ ਰਾਹ ਹੈ ਨਾ, ਇਹੀ ਅਸਲੀ ਪੌੜੀਆਂ ਨੇ ਭਾਵ ਜਿਹੜੀਆਂ ਸਾਨੂੰ ਚੜ੍ਹਨੀਆਂ ਨੇ ਅਧਿਆਤਮਕ ਤੌਰ ਤੇ। ਕਿਹੜੀਆਂ? ਜਿਹੜੀਆਂ ਦੱਸੀਆਂ ਗਈਆਂ, ਨਾਮ ਹੀ ਜਪਣਾ। ਸ਼ੁਰੂਆਤ ਇੱਥੋਂ ਹੀ ਕਰਨੀ ਹੈ। ਹੋਰ ਬਥੇਰੀਆਂ ਗੱਲਾਂ ਜਿਹੜੀਆਂ, ਜਿੰਨੇ ਵੀ ਜਿਹੜੇ ਕਪਾਟ ਸਾਡੇ ਆ ਨਾ, ਜਿਹੜੇ ਬੰਦ ਹੋਏ ਆ, ਜਿਹੜੇ ਰਸਤੇ ਆ, ਸਾਨੂੰ ਨਹੀਂ ਪਤਾ ਕਿ ਪਰਮਾਤਮਾ ਹੈ ਕੀ, ਸਾਨੂੰ ਕੁਛ ਨਹੀਂ ਪਤਾ। ਬਸ ਸਾਨੂੰ ਕਿਸੇ ਨੇ ਕਹਿਤਾ ਵਾਹਿਗੁਰੂ ਕੋ, ਤੇ ਜਿਸਨੇ ਇਹ ਗੱਲ ਸਮਝ ਲਈ ਉਹਨੂੰ ਵਾਹਿਗੁਰੂ ਕਹਿਣ 'ਚ ਮਿਲ ਜਾਣਾ। ਤੇ ਜਿਹਨੂੰ ਇਹ ਲੱਗਦਾ ਹੈ ਕਿ ਹਾਂ ਬਈ ਪਰਮਾਤਮਾ ਜਿਹੜਾ ਹੈ, ਬਈ ਇਹ ਆਪਣੀ ਸਭ ਦੀ ਸੋਚ ਹੈ। ਕਿਸੇ ਦੇ ਅੰਦਰ ਗਿਆਨ ਪ੍ਰਦਾਨ ਹੋ ਗਿਆ, ਉਹਨੂੰ ਲੱਗਦਾ ਹੈ ਵੀ ਜਿੰਨਾ ਗਿਆਨ ਹਾਸਿਲ ਕਰਾਂਗਾ ਉਨਾ ਫਾਇਦਾ ਹੈ, ਤੇ ਉਹ ਗਿਆਨ ਹਾਸਿਲ ਕਰਕੇ ਜੋ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਕੋਈ ਕਹਿੰਦਾ ਬਸ ਮੈਂ ਤੇ ਵਾਹਿਗੁਰੂ ਕਹਾਂਗਾ ਜੀ, ਪ੍ਰੇਮ ਦਾ ਪੁਜਾਰੀ ਹੈ, ਉਹ ਕਹਿੰਦਾ ਵਾਹਿਗੁਰੂ ਦੇ ਨਾਲ ਹੀ ਮਿਲ ਜਾਣਾ, ਉਹਨੂੰ ਵਾਹਿਗੁਰੂ ਨਾਲ ਹੀ ਮਿਲ ਜਾਣਾ। ਰਾਹ ਸਾਰੇ ਜਿਹੜੇ ਆ ਉਹ ਜਾਂਦੇ ਪਰਮਾਤਮਾ ਕੋਲ ਹੀ ਹੈ ਨਾ, ਹੋਰ ਕਿੱਥੇ ਨਹੀਂ ਜਾਂਦੇ। ਅਗਰ ਕੋਈ ਗਿਆਨ ਦੇ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ, ਕੋਈ ਪਿਆਰ ਦੇ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ, ਪੌੜੀਆਂ ਨੇ ਇਹ ਤਰ੍ਹਾਂ ਹੈ ਪਤ ਪਵੜੀਆਂ। ਹੁਣ ਜਦ ਬੰਦਾ ਨਾਮ ਜਪਦਾ ਹੈ ਤੇ ਫਿਰ ਉਹਨੂੰ ਕੀ ਮਿਲਦਾ? ਉਹਨੂੰ ਇਹ ਉਦੇਸ਼ ਮਿਲਦਾ ਗੁਰੂ ਸਾਹਿਬ ਦਾ, ਉਹ ਆਪੇ ਖੋਲਦੇ ਆ, ਪੌੜੀਆਂ ਦੱਸਦੇ ਆ। ਇਹ ਤਰ੍ਹਾਂ ਦੀਆਂ ਜਿਹੜੀਆਂ ਇਸ ਰਾਹ ਦੀਆਂ ਪਤ ਪਵੜੀਆਂ, ਪਤੀ ਨੂੰ ਮਿਲਣ ਦੀਆਂ ਪੌੜੀਆਂ ਹਨ। ਚੜੀਐ ਹੋਏ 21, ਤੇ ਉਹਨਾਂ ਤੇ ਚੜ ਕੇ ਹੀ 21 ਚੜੀਐ ਹੋਏ ਯਾਨੀ ਕਿ ਹੋ ਜਾਈਦਾ ਹੈ 21 ਭਾਵ ਇੱਕ ਈਸ਼ਵਰ, ਉਸ ਇੱਕ ਈਸ਼ਵਰ ਦਾ ਜਿਹੜਾ ਹੈ ਉਹ ਰੂਪ ਹੋ ਜਾਈਦਾ ਹੈ। ਉਹ ਪੌੜੀਆਂ ਹੁਣ ਇਹ ਕਿਵੇਂ? ਸਟੈਪ ਬਾਈ ਸਟੈਪ ਉਹਨਾਂ ਨੇ ਦੱਸਿਆ। ਪਹਿਲੇ ਨਾਮ ਜਪਣਾ ਪਏਗਾ, ਨਾਮ ਜਪਣ ਦੀ ਕਿਰਪਾ ਦੇ ਨਾਲ ਹੀ, ਨਾਮ ਜਪਣ ਦੇ ਸਦਕਾ ਦੇ ਨਾਲ ਹੀ, ਜਦ ਤੂੰ ਆਪਣੇ ਆਪ ਤੇ ਪਹਿਲੀ ਗੱਲ ਤੇ ਹੈ ਨਾ ਕਿ ਕਰ ਤੇ ਪਾ, ਕਿਰਪਾ ਆਪ ਕਹਿੰਦੀ ਕਰ ਤੇ ਪਾ, ਕਿਰਪਾ ਕਿਰ ਜਮਾ ਪਾ, ਭਈ ਕਰ ਤੇ ਪਾ, ਪਹਿਲੇ ਕਰ ਤੇ ਸਹੀ, ਨਾਮ ਜਪ ਤੇ ਸਹੀ। ਪੁੱਛੀ ਜਾ ਰਿਹਾ ਜਾਣਾ ਵੀ ਹੈ। ਤੂੰ ਰਸਤੇ ਤੇ ਜਾਣਾ ਚਾਹੁੰਦਾ ਨਾ, ਤੇ ਗੁਰੂ ਸਾਹਿਬ ਨੇ ਅੱਜ ਰਸਤਾ ਦੱਸਿਆ ਕਿ ਇਹ ਰਸਤਾ ਹੈ, ਚੱਲਣਾ ਹੈ, ਤੁਰਨਾ ਹੈ। ਤੇ ਇਸ ਰਸਤੇ ਤੇ ਤੁਰ ਕੇ ਪਤੀ ਦੇ ਦਰ ਤੇ ਜੇ ਤੂੰ ਪਹੁੰਚਣਾ ਹੈ ਤੇ ਤੈਨੂੰ ਪੌੜੀਆਂ ਵੀ ਦਿਖਾ ਦਿੱਤੀਆਂ। ਚੜੀਏ, ਹੁਣ ਇੱਥੇ ਚੜ੍ਹਨਾ ਪਏਗਾ, ਗੱਲ ਚੜ੍ਹਨ ਦੀ ਹੈ। ਗੁਰੂ ਸਾਹਿਬ ਕਹਿੰਦੇ ਆ ਕਿ ਨਾ ਚੜ੍ਹਨਾ ਪਏਗਾ, ਬਿਨਾਂ ਚੜੇ ਗੱਲ ਨਹੀਂ ਬਣੀ। ਰੋਜ਼ ਅਸੀਂ ਸੁਣ ਰਹੇ ਹਾਂ, ਰੋਜ਼ ਵਿਚਾਰਾਂ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਜਪਜੀ ਸਾਹਿਬ ਪੜ੍ਹ ਰਹੇ ਹਾਂ, ਸੁਖਮਨੀ ਸਾਹਿਬ ਪੜ੍ਹ ਰਹੇ ਹਾਂ, ਹੋਰ ਬੇਅੰਤ ਬਾਣੀਆਂ ਪੜ੍ਹ ਰਹੇ ਹਾਂ। ਪਰ ਜਦ ਬੰਦਾ ਉਸਨੂੰ ਵਿਚਾਰਦਾ ਇਹਦੇ ਚ ਕਿਹਾ ਕੀ ਗਿਆ, ਇੱਕ ਹੋ ਗਿਆ ਨਾ ਕਿ ਰੋਜ਼ ਬਈ ਬਾਲਟੀ ਭਰ ਕੇ ਆਗੇ ਖੂਹ ਚੋਂ, ਤੇ ਰੋਜ਼ ਦਾ ਇੱਕ ਬਣ ਗਿਆ ਸਿਸਟਮ, ਹਾਂਜੀ ਖੂਹ ਚੋਂ ਬਾਲਟੀ ਭਰ ਗਿਆ ਨਹੀਂ। ਇੱਕ ਦਿਨ ਮਨ ਚ ਵਿਚਾਰ ਆਇਆ ਕਿ ਇਹ ਜੋ ਖੂਹ ਹੈ, ਅਗਰ ਇਸ ਬਾਰੇ ਮੈਨੂੰ ਸਮਝ ਆ ਜਾਏ, ਕੋਸ਼ਿਸ਼ ਕਰੀਏ ਤੇ
ਹੋ ਸਕਦਾ ਹੈ ਉਸੇ ਕਾਰਨ ਹੋਰ ਪਿੰਡਾਂ ਵਿੱਚ ਵੀ ਖੂਹ ਬਣੇ। ਜਦ ਇੱਕ ਨੇ ਸਮਝਿਆ ਯਾਰ ਅੱਛਾ, ਇੱਕ ਨੇ ਪਹਿਲੇ ਬਣਾਇਆ, ਦੂਜੇ ਨੇ ਉਸ ਨੂੰ ਸਮਝ ਕੇ ਹੋਰ ਵੀ ਖੂਹ ਬਣਾਏ, ਬਈ ਅਗਰ ਮੈਨੂੰ ਫਾਇਦਾ ਹੋ ਰਿਹਾ ਤਾਂ ਦੂਜਿਆਂ ਨੂੰ ਵੀ ਤਾਂ ਹੋਵੇ। ਇੱਕ ਸਿਰਫ ਪਾਣੀ ਭਰ ਕੇ ਆਇਆ ਠੀਕ ਹੈ, ਉਹਨੂੰ ਪਾਣੀ ਨਾ ਮਿਲੇ। ਇੱਕ ਉਹਦੇ 'ਚ ਦੇਖਦਾ ਹੈ, ਸਮਝਦਾ ਹੈ ਕਿ ਇਹ ਕਿਵੇਂ ਬਣਿਆ, ਇਹਨੂੰ ਕਿਵੇਂ ਬਣਾਇਆ ਜਾ ਸਕਦਾ ਹੈ, ਤੇ ਹੋਰਨਾਂ ਨੂੰ ਵੀ ਫਾਇਦਾ ਪਹੁੰਚਾਉਂਦਾ ਹੈ। ਇਹ ਗੱਲ ਆਪਣੀ ਆਪਣੀ ਸਭ ਦੀ ਹੈ। ਹੁਣ ਇਹ ਵੀ ਜਿਹੜਾ ਹੈ ਜੋ ਗੁਰੂ ਹੈ, ਉਹ ਵੀ ਤਾਂ ਇੱਕ ਸਰੋਵਰ ਹੈ ਨਾ, ਇੱਕ ਸਮੁੰਦਰ ਹੈ ਨਾ। ਹੁਣ ਇਹਦੇ ਵਿੱਚ ਜਿੰਨੀ ਅਸੀਂ ਛਾਲ ਮਾਰਾਂਗੇ, ਜਿੰਨੀ ਇਹਦੇ ਵਿੱਚ ਚੁੱਭੀ ਮਾਰਾਂਗੇ, ਉਨਾ ਹੀ ਸਾਨੂੰ ਫਲ ਮਿਲਣਾ, ਉਨੇ ਹੀ ਹੀਰੇ ਮੋਤੀ ਸਾਨੂੰ ਲੱਭਣੇ ਆ। ਤੇ ਲੇਕਿਨ ਇਹ ਚੜ੍ਹਨਾ ਪੈਣਾ, ਇਹਨੂੰ ਸਮਝਣਾ ਪੈਣਾ ਕਿ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਆ। ਭਲਿਆ ਸੁਣ, ਜੋ ਤੈਨੂੰ ਕੰਨ ਦਿੱਤੇ ਹੈ ਨਾ, ਇਸੇ ਕਾਰਨ ਹੀ ਦਿੱਤੇ ਆ। ਸੁਣ ਸੁਣ ਸੁਣ, ਗੁਰੂ ਦੀ ਗੱਲ ਸੁਣ, ਗੁਰੂ ਦਾ ਉਪਦੇਸ਼ ਸੁਣ। ਤੇ ਜਦ ਤੂੰ ਸੁਣੀ ਜਾਏਗਾ ਤੇ ਸੁਣ ਕੇ ਇੱਕ ਦਿਨ ਜਿਹੜਾ ਮਨ ਹੈ ਨਾ, ਉਹ ਆਦੀ ਹੋ ਜਾਏਗਾ, ਗੁਰੂ ਦੀ ਗੱਲ ਹੀ ਸੁਣੇਗਾ। ਫਿਰ ਉਹ ਨਿੰਦਾ ਚੁਗਲੀ ਛੱਡੇਗਾ। ਪੌੜੀਆਂ ਸੁਣੋ ਜੀ, ਨਿੰਦਾ ਚੁਗਲੀ ਛੱਡੇਗਾ। ਪੌੜੀਆਂ ਨੇ ਰਸਨਾ ਤੋਂ ਝੂਠ ਬੋਲਣਾ ਛੱਡੇਗਾ। ਪੌੜੀਆਂ ਅੱਖਾਂ ਦੇ ਨਾਲ ਬੁਰਾ ਤੱਕਣਾ ਛੱਡੇਗਾ। ਪੌੜੀਆਂ ਪੈਰਾਂ ਦੇ ਨਾਲ ਗਲਤ ਰਸਤੇ ਤੇ ਜਾਣਾ ਛੱਡੇਗਾ। ਪੌੜੀਆਂ ਇਹ ਤਰਾਹ ਪਥ ਪੌੜੀਆਂ, ਜਦ ਨਾਮ ਜਪੇਗਾ, ਉਹਦੇ ਅੰਦਰ ਜਦ ਨਾਮ ਵਸੇਗਾ, ਰਸੇਗਾ, ਕਣ ਕਣ ਵਿੱਚ ਵਸੇਗਾ, ਤੇ ਇਹ ਜਿਹੜੀ ਪੌੜੀਆਂ ਨੇ ਉਹਦੀ ਸੋਝੀ ਜਿਹੜੀ ਹੈ ਨਾ, ਉਹ ਗੁਰੂ ਸਾਹਿਬ ਆਪ ਬਖਸ਼ਦੇ ਆ। ਇਹ ਤਰ੍ਹਾਂ ਹੈ ਪਦ ਪਵੜੀਆਂ, ਚੜੀਏ ਹੁਣ ਸੇ ਚੜਨਾ ਪਏਗਾ। ਚੜੀਏ ਹੋਏ 21 ਚੜ ਕੇ ਹੀ ਤੂੰ ਉਸ ਈਸ਼ਵਰ ਦਾ ਰੂਪ ਹੋ ਪਾਏਗਾ। ਸਿਰਫ ਕਹਿਣ ਮਾਤਰ। ਸੁਣ ਗੱਲਾਂ ਆਕਾਸ਼ ਕੀ, ਆਕਾਸ਼ ਦੀ ਗੱਲਾਂ ਸੁਣ ਕੇ, ਸਿਰਫ ਅਦੇ ਸ਼ਬਦ ਅਰਥ ਚ ਲੈ ਰਹੇ, ਆਕਾਸ਼ ਦੀ ਗੱਲਾਂ ਸੁਣ ਕੇ ਕੀਟਾ ਆਈ ਰੀਸ। ਕੀਟਾ ਭਾਵ ਕੀੜਿਆਂ ਨੂੰ ਵੀ ਮਨ ਵਿੱਚ ਚਾਹ ਆ ਗਿਆ, ਰੀਸ ਆ ਗਈ। ਜਿਵੇਂ ਅਸੀਂ ਰੀਸ ਕਰਦੇ ਆ ਨਾ, ਕੋਈ ਚੰਗੇ ਕੰਮ ਦੀ ਵੀ ਕਰ ਲੈਂਦਾ, ਕੋਈ ਮਾੜੇ ਕੰਮ ਦੀ ਵੀ ਕਰ ਲੈਂਦਾ। ਕੋਈ ਡੀਜੇ ਤੇ ਨੱਚ ਕੇ ਕਿਸੇ ਨੇ ਫੋਟੋ ਪਾ ਦਿੱਤੀ, ਦੂਜਾ ਕਹਿੰਦਾ ਮੈਂ ਵੀ ਪਾਵਾਂਗਾ। ਕਿਸੇ ਨੇ ਹੱਥ ਵਿੱਚ ਦਾਰੂ ਦੀ ਬੋਤਲ ਲੈ ਕੇ ਫੋਟੋ ਪਾ ਦਿੱਤੀ, ਦੂਜਾ ਵੀ ਪਾ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਕੋਈ ਅਗਰ ਥਾਂ ਤੇ ਲੰਗਰ ਵਰਤਾ ਰਿਹਾ ਹੈ, ਉਸ ਨੂੰ ਵੇਖ ਕੇ ਕੋਈ ਚੰਗੀ ਸਿੱਖਿਆ ਲੈ ਕੇ ਆਪ ਵੀ ਲੰਗਰ ਵਰਤਾਉਂਦਾ ਹੈ। ਇਹ ਕੋਈ ਗਲਤ ਨਹੀਂ ਹੈ ਰੀਸ ਕਰਨਾ। ਕੋਈ ਨਾਮ ਜਪ ਰਿਹਾ ਹੈ, ਉਸ ਨੂੰ ਵੇਖ ਕੇ ਮਨ ਵਿੱਚ ਚਾਹ ਉੱਠ ਗਿਆ, ਮੈਂ ਵੀ ਨਾਮ ਜਪਾਂ। ਕੋਈ ਨਾ ਜਿਹੜਾ ਰੰਗਿਆ ਹੋਇਆ ਹੈ, ਉਹਦਾ ਚਿਹਰਾ ਹੈ, ਉਸ ਤੇ ਇੰਨਾ ਪ੍ਰਕਾਸ਼ ਹੈ, ਉਹਨੂੰ ਮਿਲੋ ਤੇ ਬੜਾ ਅੱਛਾ ਲੱਗਦਾ ਹੈ। ਮੈਨੂੰ ਵੀ ਇਹ ਜਿਹੜਾ ਸਕੂਨ ਹੈ, ਇਹ ਮੈਨੂੰ ਵੀ ਚਾਹੀਦਾ। ਏਦਾਂ ਦੀ ਰੀਸਾਂ ਹੁੰਦੀਆਂ ਨੇ। ਹੁਣ ਛੋਟੀ ਜੀ ਗੱਲ ਕਿ ਰੀਸ ਕਿਹੜੀ ਕਰਨੀ ਹੈ, ਇਹ ਸਾਡੇ ਉੱਪਰ ਹੈ ਕਿ ਹੁਣ ਸਾਨੂੰ ਆਪਣਾ ਜਿਹੜਾ ਹੈ ਉਹ ਮਾਰਗ ਚੁਣਨਾ, ਅਸੀਂ ਕਿੱਥੇ ਜਾਣਾ, ਉਸ ਹਿਸਾਬ ਦੇ ਨਾਲ ਸਾਡੇ ਡਿਸੀਜਨ ਹੁੰਦੇ ਆ। ਤੇ ਸੁਣ ਗੱਲਾਂ ਆਕਾਸ਼ ਕੀ। ਹੁਣ ਇੱਥੇ ਆਕਾਸ਼ ਦਾ ਜਿਹੜਾ ਭਾਵ ਅਰਥ ਹੈ, ਇਹਦਾ ਭਾਵ ਅਰਥ ਹੈ ਭਗਤ ਜਨ। ਭਗਤ ਜਨ, ਭਗਤ ਜਨਾਂ ਦੇ ਨਾਲ ਜਦ ਮੇਲ ਮਿਲਾਪ ਹੁੰਦਾ, ਜਦ ਸੰਗਤੀ ਹੁੰਦੀ ਹੈ, ਤੇ ਫਿਰ ਕੀ ਹੁੰਦਾ ਹੈ, ਫਿਰ ਕੀਟਾ ਆਈ ਰੀਸ। ਕੀਟਾ ਭਾਵ ਇੱਥੇ ਕਹਿ ਸਕਦੇ ਹਾਂ ਕਿ ਇੱਕ ਮਨਮੁਖ ਬੰਦਾ। ਇੱਥੇ ਛੋਟਾ ਜਿਹਾ ਐਗਜ਼ਾਮਪਲ ਲਵਾਂਗੇ ਕਿ ਇੱਕ ਹੋ ਗਿਆ ਗੁਰਮੁਖ, ਇੱਕ ਹੋ ਗਿਆ ਮਨਮੁਖ। ਤੇ ਜਦ ਗੁਰਮੁਖ ਦੇ ਨਾਲ ਮਨਮੁਖ ਦਾ ਮੇਲ ਹੁੰਦਾ ਹੈ, ਅਗਰ ਉਹ ਸੱਚ ਵਿੱਚ ਗੁਰਮੁਖ ਹੈ ਤੇ ਉਹ ਆਪਣਾ ਪ੍ਰਭਾਵ ਛੱਡਦਾ ਹੈ, ਤੇ ਫਿਰ ਕੀਟਾਂ ਨੂੰ ਵੀ ਚਾਹ ਉੱਠਦਾ, ਮਨ ਵਿੱਚ ਚਾਹ ਉੱਠਦਾ। ਜਦ ਭਗਤ ਜਦ ਮਿਲਦੇ ਨੇ ਨਾ, ਤੇ ਉਦੋਂ ਜਿਹੜੇ ਆਮ ਮਨੁੱਖ ਹੁੰਦਾ ਹੈ, ਉਹਦੇ ਅੰਦਰ ਵੀ ਚਾਹ ਉੱਠਦਾ ਹੈ ਕਿ ਮੈਂ ਵੀ ਬਣਾ, ਮੈਂ ਵੀ ਇਹਨਾਂ ਵਰਗਾ ਬਣਾ। ਅਗਰ ਉਹ ਸੱਚ ਵਿੱਚ ਭਗਤ ਹੈ ਤੇ ਉਹਦਾ ਤੇ ਇੱਕ ਵਾਰੀ ਸੰਗਤੀ ਹੋ ਜਾਏ ਨਾ, ਤੇ ਜੀਵਨ ਵੈਸੇ ਹੀ ਤੁਹਾਨੂੰ ਇਹ ਗੁਰੂ ਸਾਹਿਬ ਜਿਹੜੇ ਆ, ਤੇ ਇਹੀ ਦੱਸਣਾ ਚਾਹੁੰਦੇ ਵੀ ਉਹ ਉਹਨਾਂ ਦੀਆਂ ਗੱਲਾਂ ਸੁਣ ਕੇ, ਸੁਣ ਗੱਲਾਂ ਆਕਾਸ਼ ਕੀ ਕਹਿ ਲਓ ਕਿ ਭਗਤ ਜਨਾਂ ਦੀ ਗੱਲਾਂ ਸੁਣ ਕੇ, ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਦੀ ਗੱਲਾਂ ਸੁਣ ਕੇ ਕੀਟਾ ਆਈ ਰੀਸ। ਤੇ ਜਿਹੜੇ ਮੇਰੇ ਵਰਗੇ ਜਿਹੜੇ ਤੁੱਛ ਜੀਵ ਆ, ਤੁੱਛ ਪ੍ਰਾਣੀ ਆ, ਜਿਹੜੇ ਮਨਮੁਖ ਆ, ਇਹ ਵੀ ਕਿਤੇ ਨਾ ਕਿਤੇ ਕੋਸ਼ਿਸ਼ ਕਰਨ ਲੱਗ ਜਾਂਦੇ ਆ ਕਿ ਅਸੀਂ ਵੀ ਉਹਨਾਂ ਵਰਗੇ ਬਣੀਏ। ਇਹ ਸੱਚ ਹੈ। ਪਰ ਗੁਰੂ ਸਾਹਿਬ ਕਹਿੰਦੇ ਠੀਕ ਹੈ, ਰੀਸ ਤੇ ਆਈ, ਅਗਰ ਸਿਰਫ ਨਕਲ ਕਰੇਗਾ ਕਿ ਸੋਚੇਗਾ ਕਿ ਹਾਂਜੀ ਮੇਰਾ ਵੀ ਜੀਵਨ ਜਿਹੜਾ ਹੈ, ਬਾਹਰੀ ਜਿਹੜਾ ਪਹਿਨਾਵਾ ਇਹ ਜ਼ਿਆਦਾਤਰ ਹੁੰਦਾ ਹੈ। ਰੀਸ ਜਿਹੜੀ ਹੈ ਨਾ,
ਉਹ ਬਾਹਰੀ ਰੀਸ ਕਰਨੀ ਤਾਂ ਬੜੀ ਸੌਖੀ ਹੈ ਕਿ ਕਿਸੇ ਨੇ ਚੰਗਾ ਬਾਣਾ ਪਾਇਆ, ਉੱਪਰੋਂ ਸ਼੍ਰੀ ਸਾਹਿਬ ਪਾਈ, ਦੁਮਾਲਾ ਅੱਛਾ ਸਜਾਇਆ, ਅਸੀਂ ਵੀ ਸਜਾ ਲਈਏ, ਅਸੀਂ ਵੀ ਸ਼੍ਰੀ ਸਾਹਿਬ ਪਾ ਲਈਏ, ਸਾਰੀ ਗੱਲਾਂ ਚੰਗੀਆਂ ਨੇ। ਪਰ ਇਹ ਹੋ ਗਈ ਬਾਹਰੀ ਰੀਸ, ਇਹ ਹੋ ਗਿਆ ਯਾਨੀ ਕਿ ਭੇਖ ਤੇ ਧਾਰ ਲਿੱਤਾ, ਉਹਦੀ ਰੀਸ ਤੇ ਕੀਤੀ ਪਰ ਕਮਾਈ ਨਹੀਂ। ਭਾਵ ਉਹਨੇ ਇੱਕ ਕਮਾ ਕੇ ਜੋ ਹਾਸਲ ਕੀਤਾ, ਅਸੀਂ ਸੋਚ ਰਹੇ ਸਾਨੂੰ ਬਸ ਪਹਿਰਾਵੇ ਨਾਲ ਹੀ ਮਿਲ ਜਾਏ। ਤੇ ਫਿਰ ਕੀ ਹੁੰਦਾ ਜੀ, ਜਦ ਬੰਦਾ ਦੁਮਾਲਾ ਸਜਾਉਂਦਾ ਹੈ, ਜਿਹੜੇ ਖਾਸ ਕਰ ਰੀਸ ਕਰਦੇ ਆ, ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਫਟਾਫਟ ਹੀ ਸਾਨੂੰ ਹੁੰਦਾ ਕਿ ਹੁਣ ਕੋਈ ਸਾਡੀ ਤਾਰੀਫ ਕਰੇ। ਉਹਦੇ ਲਈ ਹੁਣ ਸਾਡੇ ਕੋਲ ਸਭ ਤੋਂ ਵਧੀਆ ਜਿਹੜਾ ਸਾਧਨ ਹੈ ਉਹ ਸੋਸ਼ਲ ਮੀਡੀਆ ਹੈ। ਤੇ ਫਟਾਫਟ ਜਿਹੜੇ ਅਜਿਹੇ ਮਨੁੱਖ ਹੁੰਦੇ, ਉਹ ਜ਼ਿਆਦਾ ਕਹਿੰਦੇ ਨਾ ਕਿ ਜਿਹੜੇ ਬੁਲਬੁਲੇ ਹੁੰਦੇ ਆ, ਉਹ ਬੜੀ ਛੇਤੀ ਜਿਹੜੇ ਆ ਉੱਪਰ ਵੀ ਆਉਂਦੇ ਆ, ਹੈਨਾ। ਝੱਗ ਕਹਿ ਲਓ, ਝੱਗ ਜਿਹੜੀ ਹੈ ਪਾਣੀ ਵਿੱਚ ਕੀ ਫਟਾਫਟ ਉੱਪਰ ਵੀ ਆਉਂਦੀ ਹੈ, ਪਰ ਉਹਦਾ ਕਿੰਨਾ ਕੁ ਜੀਵਨ ਹੁੰਦਾ, ਇੱਕ ਬੁਲਬੁਲੇ ਦਾ ਕਿੰਨਾ ਕੁ ਜੀਵਨ ਹੁੰਦਾ। ਜਿੰਨੀ ਛੇਤੀ ਉਹ ਝੱਗ ਉੱਪਰ ਆਉਂਦੀ ਹੈ, ਉਨੀ ਛੇਤੀ ਉਹ ਗੈਪ ਵੀ ਹੋ ਜਾਂਦੀ ਹੈ। ਤੇ ਅਜਿਹੇ ਮਨੁੱਖ ਜਿਹੜੇ ਆ ਉਹ ਫਿਰ ਟੁੱਟਦੇ ਵੀ ਆ, ਉਹ ਕਹਿੰਦੇ ਆ ਜੀ ਕੁਝ ਨਹੀਂ ਰੱਖਿਆ ਜੀ। ਤੇ ਕਈ ਵੇਖਿਆ ਗਿਆ ਇਸ ਕਾਰਨ ਬੇਮੁਖ ਵੀ ਹੋ ਜਾਂਦੇ ਆ। ਕਿਉਂ? ਕਿਉਂਕਿ ਸਿਰਫ ਤੇ ਸਿਰਫ ਉਹਨਾਂ ਨੇ ਬਾਹਰੀ ਪਹਿਰਾਵਾ ਪਾ ਲਿੱਤਾ ਹੁਣ, ਲੇਕਿਨ ਅੰਦਰ ਮਨਸ਼ਾ ਕੀ ਰੱਖੀ, ਮਨੋਰਥ ਕੀ ਰੱਖਿਆ ਵੀ ਮੈਨੂੰ ਵੀ ਇਹ ਮਾਣ ਚਾਹੀਦਾ। ਪਰ ਕੀਟਾ ਆਈ ਰੀਸ, ਕੀਟ ਬਣ ਗਏ ਨਹੀਂ। ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਰੂ ਸਾਹਿਬ ਕਹਿੰਦੇ ਗੁਣ ਤੇ ਧਾਰਨੇ ਬਣ ਗਏ ਸੀ। ਪਹਿਲੇ ਵੀ ਵਿਚਾਰਿਆ ਸੀਗਾ, ਵਿਣ ਗੁਣ ਕੀਤੇ, ਗੁਣਾਂ ਦੇ ਬਗੈਰ ਕਿਹੜੀ ਬੰਦੀ ਹੁੰਦੀ। ਇਸ ਲਈ ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਅੱਗੇ ਦੱਸਿਆ, ਨਾਨਕ ਨਦਰੀ ਪਾਈਏ। ਇਹ ਨਾਨਕ ਨਦਰੀ ਪਾਈਏ। ਉਹ ਜੋ ਪਰਮਾਤਮਾ ਹੈ ਨਾ, ਉਹ ਨਦਰ ਦੇ ਨਾਲ ਮਿਲ ਸਕਦਾ ਹੈ, ਉਹਦੀ ਮਿਹਰ ਦੇ ਨਾਲ ਮਿਲ ਸਕਦਾ, ਉਹਦੇ ਕਰਮ ਦੇ ਨਾਲ ਮਿਲ ਸਕਦਾ। ਨਦਰ ਹੁਣ ਕਿਵੇਂ ਮਿਲ ਸਕਦਾ? ਅਗਰ ਪਿਓ ਦਾ ਆਗਿਆਕਾਰੀ ਹੋਏ ਬੱਚਾ, ਪਿਓ ਖੁਸ਼ ਹੁੰਦਾ ਹੈ, ਆਪੇ ਹੀ ਉਹ ਅਸੀਸਾਂ ਦਿੰਦਾ ਹੈ। ਮਾਂ ਦਾ ਆਗਿਆਕਾਰੀ ਹੋਏ, ਮਾਂ ਖੁਸ਼ ਹੁੰਦੀ ਹੈ, ਅਸੀਸਾਂ ਦਿੰਦੀ ਹੈ। ਐਗਜ਼ਾਮਪਲ, ਟੀਚਰ 40 ਸਟੂਡੈਂਟ ਹੈ ਕਲਾਸ ਵਿੱਚ, ਕਿ 40 ਦੇ 40 ਉਹ ਬੜੇ ਚੰਗੇ ਲੱਗਦੇ ਉਹਨੂੰ, ਜਾਂ ਜਿਹੜੀ ਉਹਦੀ ਗੱਲ ਮੰਨਣ ਲੱਗ ਜਾਂਦੇ ਆ, ਜਿਹੜੇ ਸਮੇਂ ਸਿਰ ਉਹਦਾ ਕੰਮ ਕਰਦੇ ਆ ਤੇ ਅੱਛੇ ਨੰਬਰ ਲੈ ਕੇ ਦਿਖਾਉਂਦੇ ਆ, ਤੇ ਆਪਣੇ ਆਪ ਟੀਚਰ ਕਹਿ ਦਿੰਦਾ ਨਾ ਵਾਹ ਵਾਹ, ਤੇ ਆਪਣੇ ਆਪ ਉਹਨੂੰ ਪਿਆਰਾ ਲੱਗਣ ਲੱਗਦਾ। ਇਸੇ ਤਰੀਕੇ ਨਾਲ ਚੰਗੇ ਕੰਮ ਕਰਾਂਗੇ ਤੇ ਆਪੇ ਹੀ ਬਖਸ਼ਿਸ਼ ਮਿਲੇਗੀ ਨਾ। ਉਹਨੇ ਸਾਨੂੰ ਜੀਵਨ ਦੇ ਤੇ ਦਿੱਤਾ, ਕਿਰਪਾ ਕਰ ਤੇ ਦਿੱਤੀ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਉਹਦੀ ਕਿਰਪਾ ਦੇ ਨਾਲ ਹੀ ਮਿਲੀ ਹੈ। ਹੁਣ ਉਹ ਵੇਖਣਾ ਚਾਹੁੰਦਾ ਹੈ ਕਿ ਮੇਰਾ ਬੱਚਾ ਕਰਦਾ ਕੀ ਹੈ, ਜਾ ਕੇ ਵਿਸ਼ੇ ਵਿਕਾਰ ਭੋਗਣ ਜਾਂਦਾ ਹੈ ਜਾਂ ਫਿਰ ਕੁਝ ਚੰਗਾ, ਕੋਈ ਚੱਜ ਦਾ ਕੋਈ ਕੰਮ ਵੀ ਕਰਨ ਜਾ ਰਿਹਾ ਹੈ, ਕੋਈ ਨਾਮ ਵੀ ਜਪ ਕੇ ਦਿਖਾਏਗਾ, ਕੋਈ ਦੂਜੇ ਦਾ ਭਲਾ ਕਰਕੇ ਵੀ ਦਿਖਾਏਗਾ, ਜਾਂ ਪੌੜੀਆਂ ਚੜ੍ਹ ਕੇ ਦਿਖਾਏਗਾ, ਨਹੀਂ ਦਿਖਾਏਗਾ, ਤੇ ਫਿਰ ਨਜ਼ਰ ਆਪੇ ਹੋ ਜਾਏਗੀ। ਨਾਨਕ ਨਦਰੀ ਪਾਈ ਹੈ। ਤੇ ਇਹ ਜੋ ਕੰਮ ਹੈ, ਇਹ ਉਹਦੀ ਬਖਸ਼ਿਸ਼ ਦੇ ਨਾਲ, ਨਦਰ ਦੇ ਨਾਲ ਮਿਲਣ ਵਾਲਾ ਇਹ ਜੋ ਅਵਸਥਾ ਹੈ, ਇਹ ਸਿਰਫ ਬਾਹਰੀ ਰੀਸ ਕਰਨ ਦੇ ਨਾਲ ਨਹੀਂ ਮਿਲ ਸਕਦਾ। ਅਗਰ ਇੱਕ ਮਨਮੁਖ ਬੰਦਾ ਰੀਸ ਕਰਨਾ ਚਾਹੁੰਦਾ ਤੇ ਉਹ ਰੀਸ ਕਰੇ, ਪਰ ਉਹ ਪ੍ਰੈਕਟੀਕਲ ਹੋ ਕੇ ਕਰਨੀ ਪਏਗੀ। ਕਰਮ ਜਿਹੜਾ ਹੈ ਕਮਾਣਾ ਪਏਗਾ, ਉਹ ਅਵਸਥਾ ਕਮਾਣੀ ਪਏਗੀ, ਐਵੇਂ ਨਹੀਂ ਬਾਹਰੋਂ ਦਿਖਾਵਾ ਕਰਕੇ। ਨਹੀਂ, ਨਦਰੀ ਪਾਈ ਹੈ। ਕੂੜੀ ਕੂੜਾ ਠੀਸ, ਕੂੜੀ ਕੂੜਾ, ਕੂੜੀ ਭਾਵ ਇਹ ਝੂਠਾ ਮਨੁੱਖ ਜਿਹੜਾ ਹੈ ਨਾ, ਝੂਠਾ, ਬਸ ਉਹ ਫੋਕਾ ਹੀ ਹੈ। ਮਤਲਬ ਬਾਹਰੋਂ ਤੇ ਦਿਖਾ ਰਿਹਾ, ਅੰਦਰੋਂ ਨਹੀਂ ਹੈ। ਬਾਹਰੋਂ ਦਿਖਾਣਾ ਚਾਹੁੰਦਾ ਹੈ ਮੈਂ ਭਗਤ ਆ, ਸੰਤ ਆ, ਝੂਠਾ ਹੈ। ਕੂੜਾ ਠੀਸ, ਫਿਰ ਉਹਦੀ ਜਿਹੜੀ ਗੱਲਾਂ, ਉਹਦੀ ਜਿਹੜੀ ਗੱਪ ਜੀ ਕਹਿ ਲਓ ਕਿ ਉਹ ਝੂਠ ਹੀ ਹੈ। ਕੂੜਾ ਠੀਸ ਭਾਵ ਉਹ ਝੂਠੀ ਹੈ, ਓਦਾਂ ਹੀ ਹੈ ਬਸ, ਕਿ ਉਹ ਬਸ ਕਹਿਣਾ ਚਾਹੁੰਦਾ ਹੈ, ਉਹਨੂੰ ਸਮਝ ਨਹੀਂ ਆ ਰਹੀ ਕਿ ਨਦਰੀ ਪਾਈ ਹੈ। ਨਦਰੀ ਪਾਈ ਹੈ, ਇਸ ਨੂੰ ਫੜਨਾ ਪਏਗਾ। ਨਾਨਕ ਨਦਰੀ ਪਾਈ ਹੈ, ਕੂੜੀ ਕੂੜਾ ਠੀਕ, ਜਿਹੜੀ ਝੂਠੇ ਮਨੁੱਖ ਦੀ ਤੇ ਕਹਿ ਲਵੋ ਕਿ ਸਿਰਫ ਤੇ ਸਿਰਫ ਝੂਠੀਆਂ ਗੱਪਾਂ ਹੀ ਹੁੰਦੀਆਂ। ਭਾਵ ਉਹ ਸਿਰਫ ਤੇ ਸਿਰਫ ਗੱਲਾਂ ਕਰਨਾ, ਉਹਦਾ ਕੰਮ ਹੈ ਜੀ ਗੱਲਾਂ ਹੀ ਕਰ ਲਵਾਂ, ਗੱਲਾਂ ਦੇ ਨਾਲ ਹੀ ਮਿਲ ਜਾਏ। ਇੱਕ ਫੇਰੇ ਕਨੇਰੇ ਕਰਾਂ ਗੱਲਾਂ, ਗੱਲੀ ਕਿਨੇ ਨਾ ਪਾਇਆ, ਬਾਣੀ ਨੇ ਫਰਮਾਇਆ। ਤੇ ਗੁਰੂ ਸਾਹਿਬ ਤਦੀ ਤੇ ਸਾਨੂੰ ਬਾਰ-ਬਾਰ ਸਮਝਾਉਣਾ ਚਾਹੁੰਦੇ ਆ ਇੱਕ ਦੂਜੇ ਕਿ ਪਹਿਲੇ ਤੇ ਇਹ ਗੱਲ ਨੂੰ ਸਮਝਣਾ ਪਏਗਾ ਕਿ ਰਸਨਾ ਜਿਹੜੀ ਹੈ ਗੁਰੂ ਸਾਹਿਬ ਨੇ ਦਿੱਤੀ ਆ, ਸ਼ੁਰੂਆਤ ਕਰ ਕਰਕੇ ਉਹਦੀ ਨਦਰ ਦਾ, ਉਹਦੀ ਮਿਹਰ ਦਾ ਪਾਤਰ ਬਣ, ਆਪਣੇ ਜਿਹੜੇ ਗੁਣ ਆ ਉਹ ਧਾਰਨ ਕਰ, ਤੇ ਫਿਰ ਉਹਦੀ ਨਦਰ ਹੋਏਗੀ ਤਾਂ ਹੀ ਪ੍ਰਾਪਤੀ ਹੋ ਸਕਦੀ ਆ। ਨਹੀਂ ਤਾਂ ਫਿਰ ਬਾਹਰੀ ਦਿਖਾਵਾ ਤੇ ਤੂੰ ਕਰ ਲੇਗਾ, ਰੀਸ ਕਰਨ ਦੀ ਕੋਸ਼ਿਸ਼ ਕਰੇਗਾ, ਪਰ ਤੂੰ ਸਾਬਿਤ ਕੀ ਹੋਏਗਾ
ਊੜੀ ਊੜਾ ਕੀ, ਜਿਵੇਂ ਇੱਕ ਝੂਠੇ ਮਨੁੱਖ ਦੀ ਝੂਠੀ ਗੱਪ ਹੁੰਦੀ ਹੈ, ਫਿਰ ਅਜਿਹਾ ਹੀ ਤੂੰ ਸਾਬਿਤ ਹੋਏਗਾ, ਕੋਈ ਫਾਇਦਾ ਨਹੀਂ। ਇਸ ਲਈ ਅਸੀਂ ਆਪਣੇ ਆਪ ਦੇ ਨਾਲ ਇਮਾਨਦਾਰ ਰਹੀਏ, ਜਿਵੇਂ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਆ। ਬਾਕੀ ਆਪ ਜੀ ਨੂੰ ਪਤਾ ਹੈ, ਅਗਰ ਫਿਰ ਵੀ ਅਗਰ ਆਪ ਜੀ ਦਾ ਕੋਈ ਸਵਾਲ ਇਹਦੇ ਵਿੱਚ ਨਾ ਕਲੀਅਰ ਹੋਇਆ ਹੋਵੇ ਤੇ ਆਪ ਜੀ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ। ਹਮੇਸ਼ਾ ਦੀ ਤਰ੍ਹਾਂ ਬੇਨਤੀ, ਅਗਰ ਪਹਿਲੀ ਵਾਰ ਅਗਰ ਕੋਈ ਆਇਆ ਹੈ ਚੈਨਲ ਤੇ ਉਹਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਔਰ ਸ਼ੇਅਰ ਆਪ ਜੀ ਕਰਦੇ ਹੋ। ਸਭ ਦਾ ਬਹੁਤ ਬਹੁਤ ਧੰਨਵਾਦ। ਅਸੀਸ ਦੇਣਾ ਜੀ, ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ